सो हुण आपां सरवण करिए श्रीमान सत बाबा बलकार सिंह जी लाहौरां वाले बड़े प्यार नाल सरवण करो जी। वाहिगुरू जी का खालसा वाहिगुरू जी की फतेह। सागर तरिया जी साधु संगे साधु संगे, सागर तरिया जी साधु संगे साधु संगे, सागर तरिया तरिया जी साधु संगे साधु संगे, सागर तरिया जी जपो हर रंगे, निरपो नाम जपो हर रंगे, निरपो नाम जपो हर रंगे, निरपो नाम जपो हर रंगे, सागर तरिया जी साधु संगे साधु, सागर तरिया साधु संगे साधु संगे, साधु संगे साधु परम सत्कारयोग सतगुरां दी साजी नवाजी, गुरु रूप गुरु प्यारी गुरु खालसा गुरु सवारी साध संगत जी, गज वज के फतेह बुलाओ जी। वाहिगुरु जी का खालसा वाहिगुरु जी की फतेह। धन 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 जन आया, जिस प्रसाद सब जग तराया, जन आवन का यह सुआओ, जन कै संग चित आवे नाओ, जोत रूप हर आप नानक कहायो। धन धन गुरु नानक देव जियां दे वड्डे साहिबजादे, महान त्यागी महान तपस्वी तत्वेते महापुरुष श्री चंद्र जी महाराज जियां दा जो आप सर्वत संगतां जन्म दिहाड़ा जोड़ मेल मना रहे हो, सारिया संगतां नूं उन्हां दे जन्म दिहाड़े दियां लख लख वधाइयां होण जी। सो आओ आपां भावें सारे अपने कर्मां दे वधे होए संसार दे विच आउंदे आ, पर जिहड़े रब्बी पुरुष हुंदे ने महापुरुष हुंदे ने उन्हां नूं आप निरंकार संसार दे भले वास्ते संसार ते भेजदा। संत सहाई सदा जग माहे, जिवें किसी चंगे माली दे बगीचे विच कदे वो बगीचा जिहड़ा फुल्लां तो खाली नहीं रहिंदा हुंदा, हर समय कोई ना कोई फुल खिड़िया रहिंदा। इसे तरह ही संसार दे विच ये जिहड़ा परमेश्वर ने बाग लाया बगीचा है, इहदे विच महापुरुष रब्बी रूहां हमेशा ही
ਨਾਮ ਬਾਣੀ ਦੇ ਨਾਲ ਖਿੜੀਆਂ ਰਹਿੰਦੀਆਂ ਨੇ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਕਈ ਕਹਿੰਦੇ ਜੀ ਸਰਸੇ ਲਿਖਿਆ ਹੋਇਆ ਵੀ ਸੰਤ ਤਾਂ ਸਰਸੇ ਨੇ, ਪਰ ਸਾਧ ਸੰਗਤ ਜੀ ਪਹਿਲੀ ਗੱਲ ਤਾਂ ਸਰਸੇ ਲਿਖਿਆ, ਸਿਰਸੇ ਨਹੀਂ ਲਿਖਿਆ ਹੋਇਆ। ਉਹ ਸ਼ਹਿਰ ਦਾ ਨਾਮ ਹੈ ਸਿਰਸਾ, ਪਰ ਗੁਰਬਾਣੀ ਕਹਿੰਦੀ ਹੈ ਸਰਸੇ। ਜੇ ਕਿਤੇ ਇਹ ਵੀ ਗੱਲ ਮੰਨ ਲਈਏ ਫਿਰ ਗੁਰਬਾਣੀ 'ਚ ਸਰਸੀ ਵੀ ਆਉਂਦਾ। ਫਿਰ ਸਰਸੀ ਲੱਭੋ ਸ਼ਹਿਰ ਕਿੱਥੇ ਹੈ? ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ। ਇਹ ਤਾਂ ਜਿਹੜੇ ਨਾਮ ਦੇ ਨਾਲ ਖਿੜ ਜਾਂਦੇ ਨੇ, ਨਾਮ ਦੇ ਨਾਲ ਭਰਪੂਰ ਹੋ ਜਾਂਦੇ ਨੇ, ਸੰਤ ਸਾਜਨ ਰੱਬ ਦੇ ਪਿਆਰੇ, ਉਹ ਜਿਨ੍ਹਾਂ ਨੂੰ ਪੂਰੇ ਗੁਰਾਂ ਤੋਂ ਪ੍ਰਾਪਤੀ ਹੋਈ ਹੁੰਦੀ ਹੈ ਨਾਮ ਦੀ। ਜਾਂ ਜਿਸ ਵੇਖਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ, ਉਹ ਆਪ ਰੱਬ ਰੂਪ ਹੋ ਜਾਂਦੇ ਨੇ। ਨਾਮ ਜਪ ਜਪ ਕੇ ਨਾਮੀ ਵਿੱਚ ਭੇਦ ਹੋ ਜਾਂਦੇ ਨੇ, ਆਪ ਨਾਮ ਰੂਪ ਹੋ ਜਾਂਦੇ ਨੇ। ਸਾਧ ਸੰਗਤ ਜੀ ਉਹ ਤੀਰਥ ਬਣ ਜਾਂਦੇ ਨੇ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਉਹ ਤੀਰਥ ਬਣ ਜਾਂਦੇ ਨੇ। ਸਰਸੇ ਸ਼ਬਦ ਹੈ ਖਿੜ ਜਾਣ ਦਾ, ਮੌਲ ਜਾਣ ਦਾ, ਕਿ ਉਹ ਹਮੇਸ਼ਾ ਖਿੜੇ ਰਹਿੰਦੇ ਨੇ। ਆਮ ਇੱਕ ਪੰਜਾਬੀ ਦਾ ਮੁਹਾਵਰਾ ਕਹਾਵਤ ਹੈ ਕਿ ਸਦਾ ਦੀਵਾਲੀ ਸਾਧ ਕੀ, ਅੱਠੇ ਪਹਿਰ ਬਸੰਤ। ਆਪਣੀ ਦੀਵਾਲੀ ਤਾਂ ਸਾਲ ਬਾਅਦ ਆਉਂਦੀ ਹੈ, ਉਹਨਾਂ ਦੇ ਹਮੇਸ਼ਾ ਹੀ ਦੀਵੇ ਜਗਦੇ ਰਹਿੰਦੇ ਨੇ। ਸਦਾ ਦੀਵਾਲੀ ਸਾਧ ਕੀ, ਅੱਠੇ ਪਹਿਰ ਬਸੰਤ। ਉਹਨਾਂ ਦੇ ਜਿਹੜੀ ਬਸੰਤ ਰੁੱਤ ਹੈ ਇਹ ਸਾਲ ਬਾਅਦ ਨਹੀਂ ਆਉਂਦੀ, ਉਹਨਾਂ ਦੇ ਹਮੇਸ਼ਾ ਹੀ ਫੁੱਲ ਖਿੜੇ ਰਹਿੰਦੇ ਨੇ, ਹਮੇਸ਼ਾ ਹੀ ਬਸੰਤ ਰਹਿੰਦੀ ਹੈ। ਇਸ ਕਰਕੇ ਉਹ ਨਾਮ ਜਪ ਕੇ ਨਾਮ ਰੂਪ ਹੋ ਜਾਂਦੇ ਨੇ। ਸਾਧ ਸੰਗਤ ਜੀ ਇੱਕ ਤੀਰਥ ਹੁੰਦਾ ਜਿੱਥੇ ਜਾ ਕੇ ਆਪਾਂ ਇਸ਼ਨਾਨ ਕਰਦੇ ਹਾਂ, ਜਿੱਥੇ ਜਾ ਕੇ ਤੀਰਥੇ ਆਪਾਂ ਆਪਣੇ ਪੁੰਨ ਕਰਮ ਕਰਕੇ ਪਾਪ ਲਾਉਂਦੇ ਹਾਂ, ਉਹਨੂੰ ਜੜ ਤੀਰਥ ਕਹਿੰਦੇ ਨੇ। ਜੜ ਤੀਰਥ ਜਿੱਥੇ ਜਾਣਾ ਪੈਂਦਾ। ਪਰ ਗੁਰਬਾਣੀ ਦੇ ਵਿੱਚ ਇੱਕ ਜੰਗਮ ਤੀਰਥਾਂ ਦਾ ਵੀ ਜ਼ਿਕਰ ਆਉਂਦਾ। ਜੰਗਮ ਤੀਰਥ, ਉਹ ਜੰਗਮ ਤੀਰਥ ਤੁਰਦੇ ਫਿਰਦੇ ਤੀਰਥ, ਜਿਹੜੇ ਤੀਰਥਾਂ ਤੇ ਆਪਾਂ ਜਾਂਦੇ ਹਾਂ। ਜੰਗਮ ਤੀਰਥ ਹੁੰਦੇ ਨੇ ਸਾਧੂ, ਘਰ ਘਰ ਜਾ ਕੇ ਤਾਰਦੇ। ਜੰਗਮ ਤੀਰਥ ਹੁੰਦੇ ਨੇ ਸਾਧੂ, ਘਰ ਘਰ ਜਾ ਕੇ ਤਾਰਦੇ। ਜੰਗਮ ਤੀਰਥ ਹੁੰਦੇ ਨੇ ਸਾਧੂ, ਘਰ ਘਰ ਜਾ ਕੇ ਤਾਰਦੇ। ਜੰਗਮ ਤੀਰਥ ਹੁੰਦੇ ਨੇ ਸਾਧੂ, ਘਰ ਘਰ ਜਾ ਕੇ ਤਾਰਦੇ।
ਜੰਗਮ ਤੀਰਥ ਹੁੰਦੇ ਨੇ ਸਾਧੂ, ਜੰਗਮ ਤੀਰਥ ਹੁੰਦੇ ਨੇ ਸਾਧੂ। ਜੰਗਮ ਤੀਰਥ ਹੁੰਦੇ ਨੇ ਸਾਧੂ, ਜੰਗਮ ਤੀਰਥ ਹੁੰਦੇ ਨੇ ਸਾਧੂ। ਜੰਗਮ ਤੀਰਥ ਹੁੰਦੇ ਨੇ ਸਾਧੂ, ਬਈ ਕਰ ਕਰ ਜਾ ਕੇ ਤਾਰ। ਜੰਗਮ ਤੀਰਥ ਹੁੰਦੇ ਨੇ ਸਾਧੂ, ਕਰ ਕਰ ਜਾ ਕੇ ਤਾਰ ਦੇ। ਬੋਲਿਆ ਕਰੋ ਬਈ। ਗੰਗਾ ਜਮਨਾ ਸਰਸਤੀ, ਗੰਗਾ ਜਮਨਾ ਗੋਦਾਵਰੀ ਸਰਸਤੀ, ਕਰੈ ਉਦਮ ਧੂਰ ਸਾਧੂ ਕੀ ਤਾਈ। ਜਦੋਂ ਜਾ ਕੇ ਉਹਨਾਂ ਤੀਰਥਾਂ ਵਿੱਚ ਕੋਈ ਇਸ਼ਨਾਨ ਕਰਦਾ, ਉਹ ਤੀਰਥ ਵੀ ਮੈਲੇ ਹੋ ਜਾਂਦੇ ਨੇ। ਉਹ ਤੀਰਥ ਵੀ ਅਰਦਾਸਾਂ ਕਰਦੇ ਨੇ, ਹੁਣ ਅਸੀਂ ਮੈਲੇ ਹੋ ਗਏ, ਸਾਨੂੰ ਵੀ ਪਵਿੱਤਰ ਕੀਤਾ ਜਾਵੇ। ਫਿਰ ਉਹਨਾਂ ਦੀਆਂ ਅਰਦਾਸਾਂ ਸੁਣ ਕੇ ਫਿਰ ਰੱਬ ਦੇ ਪਿਆਰੇ ਮਹਾਂਪੁਰਸ਼ ਜਾ ਕੇ ਉਹਨਾਂ ਤੀਰਥਾਂ ਦੇ ਵਿੱਚ ਗੰਗਾ ਜਮਨਾ ਗੋਦਾਵਰੀ ਸਰਸਤੀ, ਕਰੈ ਉਦਮ ਧੂਰ ਸਾਧੂ ਕੀ ਤਾਈ। ਭਰੈ ਮੈਲ ਪਰੈ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੁਰਬਾਣੀ ਵਿੱਚ ਐਸਾ ਉਪਦੇਸ਼ ਆਉਂਦਾ ਹੈ, ਤੀਰਥ ਵੀ ਲੋਚਦੇ ਸੰਤਾਂ ਦੀ ਤੂਰੀ ਤਾਈ। ਤੀਰਥ ਵੀ ਲੋਚਦੇ ਸੰਤਾਂ ਦੀ ਤੂਰੀ ਤਾਈ। ਤੀਰਥ ਵੀ ਲੋਚਦੇ ਸਾਧੂ ਦੀ ਤੂਰੀ ਤਾਈ। ਤੀਰਥ ਵੀ ਲੋਚਦੇ ਸੰਤਾਂ ਦੀ ਤੂਰੀ ਤਾਈ। ਸਾਧੂ ਦੀ ਤੂਰੀ ਤਾਈ, ਸੰਤਾਂ ਦੀ ਤੂਰੀ ਤਾਈ। ਸੰਤਾਂ ਦੀ ਤੂਰੀ ਤਾਈ, ਸੰਤਾਂ ਦੀ ਤੂਰੀ ਤਾਈ। ਤੀਰਥ ਵੀ ਲੋਚਦੇ ਸਾਧੂ ਦੀ ਤੂਰੀ ਤਾਈ। ਤੀਰਥ ਵੀ ਲੋਚਦੇ ਸੰਤਾਂ ਦੀ ਤੂਰੀ ਤਾਈ।
ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਫਿਰ ਉਹ ਜਾ ਕੇ ਆਪਣੇ ਚਰਨ ਪਾਉਂਦੇ ਨੇ, ਉਹਨਾਂ ਤੀਰਥਾਂ ਨੂੰ ਪਵਿੱਤਰ ਕਰਦੇ ਨੇ। ਮਹਾਪੁਰਸ਼ਾਂ ਨੂੰ ਜੰਗਮ ਤੀਰਥ ਕਿਹਾ, ਕਿਉਂਕਿ ਇਹ ਇੱਕ ਤੀਰਥ ਨਾਮ ਜਪ ਕੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਕੀ ਚੀਜ਼ ਹੈ? ਨਾਮ ਜਪਿਆ ਹੋਇਆ ਉੱਥੇ, ਉਹ ਨਾਮ ਦਾ ਇੱਕ ਸਮੁੰਦਰ ਬਣਿਆ ਹੋਇਆ, ਉਹਨੂੰ ਤੀਰਥ ਕਹਿੰਦੇ ਨੇ। ਮਹਾਪੁਰਸ਼ ਨਾਮ ਜਪ ਜਪ ਕੇ ਨਾਮ ਰੂਪ ਹੋ ਕੇ ਤੀਰਥ ਬਣ ਜਾਂਦੇ ਨੇ। ਫਿਰ ਜਿਹੜਾ ਵੀ ਉਹਨਾਂ ਦੇ ਸਪਰਸ਼ ਵਿੱਚ ਆਉਂਦਾ ਉਹ ਇਸ਼ਨਾਨ ਕਰ ਲੈਂਦਾ, ਜਿਹੜਾ ਉਹਨਾਂ ਦੀ ਸੰਗਤ ਕਰਦਾ। ਕਬੀਰ ਸਾਧ ਕੀ ਗੈਲ ਨਾ ਛੋਡੀ ਹੈ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾਉ। ਉਹਨਾਂ ਦੇ ਦਰਸ਼ਨ ਕਰਦੇ ਸਾਰੀ ਪਵਿੱਤਰਤਾ ਆਉਣ ਲੱਗ ਜਾਂਦੀ ਹੈ। ਤੇ ਭੇਟਤ ਜਪੀਐ ਨਾਉ, ਜਦੋਂ ਉਹਨਾਂ ਦੇ ਚਰਨ ਛੂਹ ਜਾਂ ਉਹਨਾਂ ਦਾ ਬਚਨ ਮੰਨਦੇ ਆ ਤੇ ਨਾਮ ਚੱਲ ਪੈਂਦਾ। ਇਸ ਕਰਕੇ ਮਹਾਪੁਰਸ਼ ਤੀਰਥ ਹੁੰਦੇ ਨੇ। ਭਗਵਾਨ ਸ੍ਰੀ ਚੰਦ ਜੀ ਮਹਾਰਾਜ, ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ 3 ਉਦਾਸੀਆਂ ਕੀਤੀਆਂ, ਤੇ ਇਹ ਤਾਂ ਫਿਰ ਸਾਰੀ ਉਮਰ ਉਦਾਸ ਹੀ ਰਹੇ, ਉਦਾਸੀ ਦੀ ਰੀਤ ਚਲਾਈ। ਇਹ ਉਦਾਸੀਨ ਜੋ ਖਾੜਾ ਹੈ, ਜੋ ਸੰਪਰਦਾਇ ਹੈ, ਇਹਦੇ ਮੁਖੀ ਹਨ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ। ਭਾਵੇਂ ਮਹਾਪੁਰਸ਼ ਸੰਤ ਬਾਬਾ ਹਰੀ ਸਿੰਘ ਜੀ ਉਹ ਦੱਸ ਰਹੇ ਸੀ ਕਿ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਕਹੇ ਸੀ ਕਿ ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਤੇ ਜਦੋਂ ਆ ਕੇ ਸੰਸਾਰੀ ਬਾਣਾ ਪਹਿਨ ਲਿਆ ਤੇ ਉਦਾਸੀ ਵਾਲਾ ਬਾਣਾ ਲਾ ਦਿੱਤਾ, ਤਾਂ ਭਗਵਾਨ ਸ੍ਰੀ ਚੰਦ ਜੀ ਨੇ ਆਪਣੀ ਝੋਲੀ ਵਿੱਚ ਪਵਾਇਆ। ਇਉਂ ਹੀ ਸਮਝੀਏ ਕਿ ਗੁਰੂ ਨਾਨਕ ਸਾਹਿਬ ਤੋਂ ਉਦਾਸੀ ਦੀ ਇਹ ਜਿਹੜੀ ਸੰਪਰਦਾ ਚੱਲੀ ਹੋਈ ਹੈ। ਇੱਕ ਵਾਰੀ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਜਗ ਜਲੰਦੇ ਦਾ ਉਧਾਰ ਕਰਦੇ ਕਰਦੇ, ਪ੍ਰਚਾਰ ਕਰਦੇ ਕਰਦੇ ਕਿਸੇ ਨਗਰ ਤੋਂ ਬਾਹਰ ਬੈਠੇ ਨੇ। ਉੱਥੇ ਇੱਕ ਰਾਜਾ ਰੋਜ਼ ਆਉਂਦਾ ਹੈ ਸ਼ਿਕਾਰ ਖੇਡਣ ਵਾਸਤੇ। ਉਹ ਦੇਖਦਾ ਕੋਈ ਮਹਾਤਮਾ ਬਰਕਤ ਬੈਠੇ ਨੇ, ਕੋਈ ਤਿਆਗੀ ਨੇ, ਬਰਾਗੀ ਨੇ। ਜੇ ਕਿਤੇ ਇਹਨਾਂ ਦੇ ਚਰਨ ਪਵਾਏ ਜਾਣ, ਘਰ ਲਿਜਾ ਕੇ ਲੰਗਰ ਪਾਣੀ ਛਕਾਇਆ ਜਾਵੇ, ਪਰ ਮਨ ਵਿੱਚ ਸ਼ੰਕਾ ਹੋ ਜਾਂਦਾ ਕਿਤੇ ਜਵਾਬ ਨਾ ਦੇ ਦੇਣ। ਇਉਂ ਮਨ ਵਿੱਚ ਘਾਟ ਘਟਦਾ ਲੰਘ ਜਾਂਦਾ ਹੈ। ਇੱਕ ਦਿਨ ਕੈੜਾ ਜਾਂ ਮਨ ਕਰਕੇ ਬੇਨਤੀ ਕਰੀ ਲਈ ਕਿ ਮਹਾਤਮਾ ਜੀ ਸਾਡੇ ਗ੍ਰਹਿ 'ਚ ਚਰਨ ਪਾ ਦਿਓ। ਤੇ ਫਿਰ ਅੱਗੇ ਮਹਾਤਮਾ ਨੇ ਕਹਾਇਆ ਨਹੀਂ, ਸੁਣਦੇ ਸਾਰ ਹੀ ਉੱਠ ਕੇ ਖੜੇ ਹੋ ਗਏ, ਕਹਿੰਦੇ ਚੱਲ। ਸਾਧ ਸੰਗਤ ਜੀ, ਉਹ ਰਾਜੇ ਦੀ ਅੱਧੀ ਸ਼ਰਧਾ ਘਟ ਗਈ, ਕਿਉਂ ਹਰ ਬੰਦਾ ਚਾਹੁੰਦਾ ਕਿ ਮੇਰੇ ਅਕੋਰਡਿੰਗ, ਮੇਰੇ ਹਿਸਾਬ ਨਾਲ ਇਹ ਮਹਾਪੁਰਸ਼ ਚੱਲਣ, ਜਿਵੇਂ ਮੈਂ ਚਾਹੁੰਦਾ, ਜਿਵੇਂ ਮੈਂ ਕਰਦਾ ਉਸ ਤਰ੍ਹਾਂ ਕਰਨ, ਜਿਵੇਂ ਮੈਂ ਸੋਚਦਾ ਉਸ ਤਰ੍ਹਾਂ ਦੇ ਹੋਣ। ਇਹ ਸਿੱਖਾਂ ਦੇ ਸ਼ਬਦ ਗੁਰੂਆਂ ਤੇ ਵੀ ਲਾਗੂ ਹੋ ਜਾਂਦੇ ਨੇ ਵੀ ਜੇ ਕਿਤੇ ਗੁਰੂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ, ਜੇ ਕਿਤੇ ਗੁਰੂ ਅੱਜ ਮਿਲ ਜੇ ਸਾਧ ਸੰਗਤ ਜੀ, ਕੋਈ ਕਿਤੇ ਕਲਗੀਆਂ ਵਾਲੇ ਪਾਤਸ਼ਾਹ ਅੱਜ ਆ ਜਾਣ ਸਾਡੇ ਕੋਲ ਤੇ ਸਾਨੂੰ ਕਹਿਣ ਤੁਸੀਂ ਮੰਗੋ ਕੀ ਮੰਗਦੇ ਹੋ, ਤਾਂ ਸਿੱਖਾਂ ਨੇ ਇਹੀ ਕਹਿਣਾ, ਮਹਾਰਾਜ ਜਿਹੜਾ ਅੰਮ੍ਰਿਤ ਵੇਲਾ ਤੁਸੀਂ 2 ਵਜੇ ਦਾ ਬਣਾਇਆ ਇਹਨੂੰ 8 ਵਜੇ ਦਾ ਬਣਾ ਦਿਓ, ਜਿਹੜੀਆਂ 5 ਬਾਣੀਆਂ ਕਰਕੇ ਗਏ ਉਹਨੂੰ 3 ਬਾਣੀਆਂ ਕਰ ਦਿਓ। ਕੋਈ ਹੈ ਸਮਰਪਣ ਕਿਸੇ ਦਾ ਗੁਰੂ ਅੱਗੇ? ਕੋਈ ਹੈ ਲਾਇਕ ਕਹਾਉਣ ਦੇ ਸਿੱਖ? ਹਰ ਇੱਕ ਸਿੱਖ ਆਪਣੇ ਗੁਰੂ ਤੋਂ ਆਪਣੀ ਗੱਲ ਮਨਾਉਣਾ ਚਾਹੁੰਦਾ ਹੈ। ਹਰ ਇੱਕ ਮਹਾਪੁਰਸ਼ ਤੋਂ ਆਪਣੇ ਹਿਸਾਬ ਨਾਲ ਮਹਾਪੁਰਸ਼ ਨੂੰ ਚਲਾਉਣਾ ਚਾਹੁੰਦਾ ਹੈ ਵੀ ਜਿਵੇਂ ਮੈਂ ਚੱਲਣਾ ਇਸ ਤਰ੍ਹਾਂ ਮੇਰੀ ਮਹਾਪੁਰਸ਼ ਮੰਨਣ, ਮੈਨੂੰ ਮੰਨਣੀ ਨਾ ਪਵੇ ਮਹਾਪੁਰਸ਼ਾਂ ਦੀ, ਮੈਨੂੰ ਬਚਨ ਮੰਨਣਾ ਨਾ ਪਵੇ। ਉਹ ਰਾਜੇ ਦੀ ਅੱਧੀ ਸ਼ਰਧਾ ਘਟ ਗਈ। ਕਿਉਂ? ਕਹਿੰਦਾ ਮੈਂ ਤਾਂ ਸੋਚਿਆ ਸੀ ਵੀ ਇਹਨਾਂ ਨੇ ਜਵਾਬ ਦੇ ਦੇਣਾ, ਇਹਨਾਂ ਨੇ ਹਾਂ ਕਰਤੀ। ਸਾਧ ਸੰਗਤ ਜੀ ਘਰ ਲੈ ਗਿਆ, ਲੰਗਰ ਪਾਣੀ ਛਕਾਇਆ, ਵਧੀਆ ਸੋਹਣਾ ਬਣਾਇਆ, ਲੰਗਰ ਪਾਣੀ ਤਿਆਰ ਕੀਤਾ, ਫਿਰ ਛਕਾਇਆ। ਤੇ ਜਦੋਂ ਛਕਿਆ ਭਗਵਾਨ ਜੀਆਂ ਨੇ, ਮਹਾਤਮਾ ਜੀਆਂ ਨੇ, ਤਾਂ ਉਹਦੀ ਸ਼ਰਧਾ ਹੋਰ ਘਟ ਗਈ। ਫਿਰ ਉਹਨੇ ਬਿਸਤਰਾ ਵਿਛਾਤਾ ਸੌਣ ਵਾਸਤੇ, ਆਰਾਮ ਕਰਨ ਵਾਸਤੇ, ਤੇ ਉਹਨਾਂ ਨੇ ਉਹ ਬਿਸਤਰੇ ਤੇ ਆਰਾਮ ਕਰ ਲਿਆ। ਸਵੇਰ ਤੱਕ ਖੁਸ਼ਕ ਹੋ ਗਿਆ ਅੰਦਰ, ਜਿਹੜੀ ਸ਼ਰਧਾ ਸੀ ਸਾਰੀ ਗਈ ਤੇ ਰਹਿ ਗਿਆ ਸ਼ੰਕਾ। ਸਾਧ ਸੰਗਤ ਜੀ, ਜਦੋਂ ਸ਼ਰਧਾ ਚਲੀ ਜਾਂਦੀ ਹੈ ਸ਼ੰਕਾ ਰਹਿ ਜਾਂਦਾ ਹੈ, ਜਾਂ ਜਦੋਂ ਸ਼ੰਕਾ ਆ ਜਾਂਦਾ ਹੈ ਸ਼ਰਧਾ ਚਲੀ ਜਾਂਦੀ ਹੈ। ਹੁਣ ਜਦੋਂ ਸ਼ੰਕਾ ਆ ਗਿਆ, ਉਹ ਜਵਾਨ ਤੇ ਵੀ ਆ ਗਿਆ। ਕਹਿੰਦਾ ਮਹਾਰਾਜ ਮੇਰੀ ਇੱਕ ਬੇਨਤੀ ਹੈ। ਕਹਿੰਦੇ ਦੱਸੋ? ਕਹਿੰਦੇ ਜੀ ਇੱਕ ਸ਼ੰਕਾ ਹੈ। ਕਹਿੰਦੇ ਕਰ ਲਓ ਨਿਵਰਤ। ਜੇ ਨਹੀਂ ਨਿਵਰਤ ਕਰੇਗਾ, ਜਿਉਂ ਜਿਉਂ ਚੱਲੇ ਚੁਭੈ ਦੁਖ ਪਾਵੈ, ਜਮਕਾਲ ਸੇ ਸਿਰ ਡੰਡਾ ਹੈ। ਤੇਰੇ ਚੁਭੀ ਜਾਣਾ ਇਹ ਅੰਦਰ, ਜਿਵੇਂ ਪੈਰ 'ਚ ਕੰਡਾ ਲੱਗਿਆ ਹੋਵੇ, ਪੈਰ ਧਰਦਾ ਤੇ ਚੁਭਦਾ ਰਹਿੰਦਾ ਨਾ, ਤੇਰੇ ਅੰਦਰ ਇਉਂ ਚੁਭਦਾ ਰਹਿਣਾ। ਇਹ ਸ਼ੰਕਾ ਭਰਾ ਨੂੰ ਭੈਣ ਤੇ, ਭੈਣ ਨੂੰ ਭਰਾ ਤੇ, ਪੁੱਤਰ ਨੂੰ ਮਾਂ ਤੇ, ਮਾਂ ਨੂੰ ਪੁੱਤਰ ਤੇ,
ਇਹ ਘਰ 'ਚ ਇਹ ਸ਼ੰਕਿਆਂ ਦਾ ਹੀ ਕਲੇਸ਼ ਨੇ। ਜਿੱਥੇ ਸ਼ੰਕਾ ਪੈ ਜੇ ਉੱਥੇ ਕਲੇਸ਼ ਦਾ ਮੁੱਢ ਬਣ ਜਾਂਦਾ ਹੈ। ਗੁਰੂਆਂ ਤੇ ਵੀ ਸ਼ੰਕੇ ਕਰ ਲੈਂਦੇ ਨੇ, ਮਹਾਤਮਾ ਤੇ ਵੀ ਸ਼ੰਕੇ ਕਰ ਲੈਂਦੇ ਨੇ, ਤੇ ਫਿਰ ਉਹ ਜਿਹੜੀ ਸ਼ਰਧਾ ਉਹ ਚਲੀ ਜਾਂਦੀ ਹੈ। ਰੇ ਮਨ ਤਾਗਾ ਪ੍ਰੇਮ ਕਾ ਮਤ ਖਿੰਚੇ ਛਟਕਾਏ, ਟੂਟੇ ਤੋਂ ਮਤ ਜੁੜੇ ਜੁੜੇ ਗਾਂਠ ਪੜ ਜਾਏ। ਜੇ ਮੁੜ ਕੇ ਕੋਈ ਬੰਦਾ ਕਹੇ ਮੇਰੀ ਉਹੀ ਗੱਲ ਬਣ ਜੇ ਪਹਿਲਾਂ ਵਾਲੀ, ਨਹੀਂ ਬਣਦੀ ਹੁੰਦੀ। ਤਾਗਾ ਟੁੱਟ ਗਿਆ ਇੱਕ ਵਾਰੀ, ਦੁਬਾਰੇ ਜੋੜੋ ਤਾਂ ਉਹਨੂੰ ਗੰਢ ਪੈ ਹੀ ਜਾਂਦੀ ਹੈ। ਕਹਿੰਦਾ ਜੀ ਮੇਰੇ ਮਨ ਸ਼ੰਕਾ, ਕਹਿੰਦੇ ਨਿਵਰਤ ਕਰ ਲੈ। ਕਹਿੰਦਾ ਜੀ ਮੇਰੇ ਮਨ 'ਚ ਸ਼ੰਕਾ ਹੈ ਕਿ ਪਹਿਲੀ ਗੱਲ ਤਾਂ ਮੈਨੂੰ ਇਹ ਸੀ ਤੁਸੀਂ ਆਉਣੇ ਹੀ ਨਹੀਂ ਘਰ ਸਾਡੇ, ਤੇ ਤੁਸੀਂ ਝੱਟ ਹਾਂ ਕਰ ਦਿੱਤੀ। ਤੇ ਫਿਰ ਮੈਨੂੰ ਇਹ ਸ਼ੰਕਾ ਜਿਹੜੇ ਪਦਾਰਥ ਅਸੀਂ ਛਕੇ ਉਹੀ ਤੁਸਾਂ ਨੇ ਛਕੇ, ਤੇ ਫਿਰ ਜਿਹੜੇ ਸੋਹਣੇ ਪਲੰਘਾਂ ਤੇ ਅਸੀਂ ਸੌਂਦੇ ਹਾਂ ਤੁਸੀਂ ਸੁੱਤੇ, ਤੇ ਸਾਡੇ ਤੇ ਤੁਹਾਡੇ 'ਚ ਫਰਕ ਕੀ ਹੈ? ਸਾਧ ਸੰਗਤ ਜੀ, ਸਿੱਖ ਗੁਰੂ ਨੇ ਕਹਿਣ ਲੱਗ ਜਾਂਦਾ ਹੈ, ਸੇਵਕ ਮਹਾਪੁਰਸ਼ਾਂ ਨੂੰ ਇਹ ਕਹਿਣ ਲੱਗ ਜਾਂਦਾ ਮੇਰੇ ਤੇ ਤੁਹਾਡੇ 'ਚ ਅੰਤਰ ਕੀ ਹੈ? ਤੇ ਫਿਰ ਭਗਵਾਨ ਜੀ ਕਹਿੰਦੇ ਅੰਤਰ ਦਸੀਏ ਤੈਨੂੰ? ਕਹਿੰਦੇ ਜੀ ਹਾਂ ਦੱਸਣਾ ਪੈਣਾ, ਸਾਨੂੰ ਤਾਂ ਕੋਈ ਲੱਗਦਾ ਨਹੀਂ ਸਾਡੇ ਤੇ ਤੁਹਾਡੇ 'ਚ ਅੰਤਰ ਹੈ ਕੋਈ। ਕਹਿੰਦੇ ਆ ਫਿਰ ਤੇਰੇ ਮਹਿਲਾਂ ਤੋਂ ਬਾਹਰ ਆ ਜਾ। ਬਾਹਰ ਆ ਗਏ, ਕਹਿੰਦੇ ਅੱਗੇ ਆ ਜਾ, ਜੰਗਲ 'ਚ ਖੇਤਾਂ 'ਚ ਆ ਜਾ। ਖੇਤਾਂ ਚਲੇ ਗਏ, ਫਿਰ ਅੱਗੇ ਆ ਜਾ, ਹੋਰ ਦੂਰ ਲੈ ਗਏ, ਬੜੀ ਦੂਰ ਲੈ ਗਏ ਉਹਨੂੰ। ਤੇ ਅੱਗੇ ਜਾ ਕੇ ਰਾਜਾ ਸੀ ਜਿਹੜਾ ਰੁਕ ਗਿਆ, ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ। ਤੇ ਭਗਵਾਨ ਜੀਆਂ ਨੇ, ਮਹਾਤਮਾ ਜੀਆਂ ਨੇ ਫਿਰ ਉਹਦੀ ਬਾਹ ਫੜ ਲਈ, ਖਿੱਚਣ ਲੱਗ ਗਏ, ਕਹਿੰਦੇ ਆ ਜਾ। ਕਹਿੰਦਾ ਜੀ ਮੈਂ ਨਹੀਂ ਜਾ ਸਕਦਾ। ਕਹਿੰਦੇ ਕਿਉਂ? ਕਹਿੰਦਾ ਜੀ ਇੱਥੋਂ ਮੇਰੀ ਜੂਹ ਖਤਮ ਹੋ ਗਈ ਹੈ, ਹੱਦਬੰਦੀ ਖਤਮ ਹੋ ਗਈ ਹੈ ਮੇਰੀ। ਤੇ ਫਿਰ ਮਹਾਤਮਾ ਕਹਿਣ ਲੱਗੇ ਤੇਰੀ ਹੱਦਬੰਦੀ ਖਤਮ ਹੋ ਗਈ ਹੈ ਤੇ ਸਾਡੀ ਸ਼ੁਰੂ ਹੋਈ ਹੈ ਅਜੇ। ਤੇਰੇ 'ਚ ਤੇ ਸਾਡੇ 'ਚ ਫਰਕ ਹੈ। ਹੱਦ ਟੱਪੇ ਸੋ ਔਲੀਆ, ਵੇ ਹੱਦ ਟੱਪੇ ਸੋ ਪੀਰ, ਹੱਦ ਵੇ ਹੱਦ ਦੋਵੇਂ ਟੱਪੇ ਤਿਨਕਾ ਨੌ ਫਕੀਰ। ਮਹਿਲ ਮਾੜੀਆਂ ਨਾ ਫੱਕਰਾਂ ਕੋਲ ਦੇਖੇ, ਨਾ ਫੱਕਰਾਂ ਕੋਲ ਕੋਈ ਜੰਗੀਰ ਦੇਖੀ। ਦਇਆ ਸਿੰਘਾ ਜੋ ਮੌਜ ਫਕੀਰ ਮਾਣੇ, ਐਸੀ ਮੌਜ ਨਾ ਕਿਸੇ ਅਮੀਰ ਦੇਖੀ। ਸਾਡੇ 'ਚ ਤੇ ਤੁਹਾਡੇ 'ਚ ਇਹ ਫਰਕ ਹੈ। ਤੁਹਾਡੇ ਦਾਇਰੇ ਨੇ, ਕਹਿੰਦੇ ਸਾਡਾ ਕੋਈ ਦਾਇਰਾ ਨਹੀਂ। ਤੁਹਾਡੀ ਧਰਤੀ ਤੇ ਲੀਕਾਂ ਮਾਰੀਆਂ ਨੇ ਤੇ ਸਾਡੀ ਧਰਤੀ ਤੇ ਕੋਈ ਲਕੀਰ ਨਹੀਂ ਖਿੱਚੀ। ਸਗਲੀ ਧਰਤੀ ਸਾਧ ਕੀ, ਤਸਕਰ ਵੈਸੇ ਗਾਹੇ, ਧਰਤੀ ਭਾਰ ਨ ਵਿਆਪਈ, ਤਿਨਕੋ ਲਾਹੂ ਲਾਹੇ। ਗੁਰੂ ਗ੍ਰੰਥ ਸਾਹਿਬ ਜੀ ਨੇ ਹਵਾਲਾ ਭਰ ਦਿੱਤਾ। ਸੋ ਆਓ ਇੱਕ ਧਾਰਨਾ ਪੜ੍ਹ ਕੇ ਆਪਾਂ ਹੁਣ ਸਮਾਪਤੀ ਕਰੀਏ। ਇਹ ਧਰਤੀ ਸਾਧਾਂ ਦੀ ਚੋਰਾਂ ਨੇ ਲੁੱਟ ਲਈ, ਚੋਰਾਂ ਨੇ ਲੁੱਟ ਲਈ। ਇਹ ਧਰਤੀ ਸਾਧਾਂ ਦੀ ਚੋਰਾਂ ਨੇ ਲੁੱਟ ਲਈ, ਚੋਰਾਂ ਨੇ ਲੁੱਟ ਲਈ। ਇਹ ਧਰਤੀ ਸਾਧਾਂ ਦੀ ਸਾਧਾਂ ਦੀ ਚੋਰਾਂ ਨੇ ਲੁੱਟ ਲਈ, ਚੋਰਾਂ ਨੇ ਦੱਬ ਲਈ। ਇਹ ਧਰਤੀ ਸਾਧਾਂ ਦੀ ਚੋਰਾਂ ਨੇ ਲੁੱਟ ਲਈ, ਚੋਰਾਂ ਨੇ ਲੁੱਟ ਲਈ। ਸਗਲੀ ਧਰਤੀ ਸਾਧ ਕੀ, ਇਹ ਸਾਧਨਾ ਕਰਨ ਵਾਲਿਆਂ ਵਾਸਤੇ ਧਰਤੀ ਬਣਾਈ ਸੀ ਰੱਬ ਨੇ। ਇਹ ਜੱਫੇ ਪਾਉਣ ਵਾਸਤੇ, ਲਕੀਰਾਂ ਖਿੱਚਣ ਵਾਸਤੇ ਨਹੀਂ ਸੀ ਬਣਾਈ ਸੀ। ਇਹ ਬਣਾਈ ਸੀ ਸਾਧਨਾ ਕਰਨ ਵਾਸਤੇ, ਕਿਰਤ ਕਰਨ ਵਾਸਤੇ, ਨਿਰਵਾਹ ਕਰਨ ਵਾਸਤੇ। ਸਗਲੀ ਧਰਤੀ ਸਾਧ ਕੀ, ਤਸਕਰ ਵੈਸੇ ਗਾਹੇ, ਧਰਤੀ ਭਾਰ ਨਾ ਵਿਆਪਈ, ਤਿਨ ਕੋ ਲਾਹੂ ਲਾਹੇ। ਕਹਿੰਦੇ ਹੈ ਤਾਂ ਰੱਬ ਦੇ ਪਿਆਰਿਆਂ ਦੀ ਸੀ ਧਰਤੀ, ਪਰ ਇਹਦੇ ਉੱਤੇ ਚੋਰਾਂ ਨੇ ਕਬਜ਼ਾ ਕਰ ਲਿਆ, ਡਾਕੂਆਂ ਨੇ, ਧਾੜਵੀਆਂ ਨੇ ਕਬਜ਼ਾ ਕਰ ਲਿਆ। ਪਰ ਸਾਧ ਸੰਗਤ ਜੀ ਉਹ ਦਿਨ ਦੂਰ ਨਹੀਂ ਜਦੋਂ ਰੱਬ ਨੇ ਆਪਣੇ ਪਿਆਰਿਆਂ ਤੋਂ ਖੋਹੀ ਹੋਈ ਧਰਤੀ ਦੁਬਾਰੇ ਆਪਣੇ ਪਿਆਰਿਆਂ ਨੂੰ ਦੇ ਦੇਣੀ ਹੈ। ਇੱਕ ਦਿਨ ਫੇਰ ਉਹਨੂੰ ਕਹਿੰਦੇ ਨੇ ਰਾਜ ਕਰੇਗਾ ਖਾਲਸਾ। ਜਦੋਂ ਰੱਬ ਦੇ ਪਿਆਰਿਆਂ ਕੋਲੇ ਧਰਤੀ ਆਊਗੀ ਨਾ ਵਾਪਸ ਮੁੜ ਕੇ, ਉਹਦਾ ਨਾਂ ਹੀ ਹੈ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਸੋ ਮਹਾਂਪੁਰਸ਼ਾਂ ਦਾ ਹੁਕਮ ਹੈ ਕਿ ਹੋਰ 10 ਮਿੰਟ। ਸਾਧ ਸੰਗਤ ਜੀ, 3 ਤਰ੍ਹਾਂ ਦੇ ਮਹਾਂਪੁਰਸ਼
ਹੁੰਦੇ ਨੇ ਦਾਨੇ, ਦੀਵਾਨੇ ਤੇ ਮਸਤਾਨੇ। ਜਿਹੜੇ ਦਾਨੇ ਮਹਾਪੁਰਸ਼ ਹੁੰਦੇ ਨੇ ਉਹ ਸੰਸਾਰ ਦੇ ਵਿੱਚ ਸੰਸਾਰ ਵਾਂਗੂ ਵਿਚਰ ਕੇ, ਠੀਕ ਹੈ, ਉਹਨਾਂ ਦੇ ਅੰਦਰ ਕੋਈ ਅਟੈਚਮੈਂਟ ਨਹੀਂ ਹੁੰਦੀ, ਕੋਈ ਲੋਭ ਨਹੀਂ ਹੁੰਦਾ, ਵਿਰਾਗ ਤਿਆਗ ਦੀ ਮੂਰਤ ਹੁੰਦੇ ਨੇ ਮਹਾਪੁਰਸ਼, ਤੇ ਉਹ ਸੰਸਾਰ ਦੇ ਉੱਤੇ ਤੀਰਥ ਬਣ ਕੇ ਵਿਚਰਦੇ ਨੇ। ਤਿੰਨ ਤਰ੍ਹਾਂ ਦੇ ਕਰਮ ਆਪਾਂ ਵਿਦਵਾਨਾਂ ਕੋਲੋਂ ਸੁਣਦੇ ਹਾਂ। ਇੱਕ ਹੁੰਦੇ ਨੇ ਕਿਰਿਆਮਾਨ ਕਰਮ, ਤੇ ਦੂਜੇ ਹੁੰਦੇ ਨੇ ਸੰਚਿਤ ਕਰਮ, ਤੇ ਤੀਜੇ ਹੁੰਦੇ ਨੇ ਪ੍ਰਾਰਬਧ ਕਰਮ। ਕਿਰਿਆ ਕਰਮ ਉਹ ਹੁੰਦਾ ਜਿਵੇਂ ਆਪਾਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰ ਦਈਏ, ਕਿਰਿਆ ਕੀਤੀ ਹੈ, ਜਾਂ ਇਉਂ ਕਰੀਏ ਧਰਤੀ 'ਚ ਬੀਜ ਬੀਜਦੀ ਕਿਰਿਆ ਕੀਤੀ ਹੈ। ਆਪਾਂ ਕੋਈ ਡੰਗਰ ਪਸ਼ੂ ਪਾਲਿਆ, ਮੱਝ ਪਾਲੀ ਹੈ, ਗਾਂ ਪਾਲੀ ਹੈ, ਉਹਨੂੰ ਕੱਖ ਪੱਠੇ ਪਾਉਂਦੇ ਆ, ਦਾਣਾ ਪਾਉਂਦੇ ਆ, ਕਰਮ ਕਰ ਰਹੇ ਹਾਂ, ਉਹਦੀ ਸੇਵਾ ਕਰ ਰਹੇ ਹਾਂ, ਉਹਦੀ ਸੇਵਾ ਸੰਭਾਲ ਕਰ ਰਹੇ ਹਾਂ, ਉਹਨੂੰ ਪਾਲ ਰਹੇ ਹਾਂ, ਇਹਨੂੰ ਕਹਿੰਦੇ ਨੇ ਕਰਮ, ਕਿਰਿਆਮਾਨ ਕਰਮ, ਕੁਛ ਕੀਤਾ ਹੈ। ਤੇ ਇਸ ਤੋਂ ਅੱਗੇ ਸਾਡੀ ਫਿਰ ਉਹ ਜਿੱਥੇ ਜਾ ਕੇ ਕੋਈ ਖਜ਼ਾਨਾ ਸਾਡਾ ਜਮ੍ਹਾਂ ਹੋ ਰਿਹਾ, ਸਾਡਾ ਕੀਤਾ ਹੋਇਆ, ਚੰਗਾ ਵੀ ਕੀਤਾ ਤੇ ਮਾੜਾ ਵੀ ਕਰ ਰਹੇ ਹਾਂ ਅਸੀਂ। ਇਹ ਸਾਡਾ ਜਿਹੜਾ ਮਨੁੱਖਾ ਜਨਮ ਮਿਲਿਆ ਐਵੇਂ ਨਹੀਂ ਮਿਲਿਆ, ਸਾਡੇ ਕੀਤੇ ਹੋਏ ਕਰਮ ਨੇ, ਸਾਡੇ ਕੀਤੇ ਹੋਏ ਕਰਮ ਸਾਨੂੰ ਇੱਥੇ ਲੈ ਕੇ ਆਏ ਨੇ। ਸੰਸਾਰ ਕਰਮਾਂ ਦਾ ਵਧਿਆ ਆਉਂਦਾ ਹੈ। ਜਿਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹੋ ਜੀ ਵਾਸ਼ਨਾ, ਜਿਹੋ ਜਿਹਾ ਕਰਮ ਕਰੂਗਾ ਉਹੋ ਜੀ ਵਾਸ਼ਨਾ ਬਣ ਜਾਂਦੀ ਹੈ ਬੰਦੇ ਦੀ, ਤੇ ਜਿਹੋ ਜੀ ਵਾਸ਼ਨਾ ਉਹੋ ਜੀ ਉਹਨੂੰ ਜੁਨੀ ਮਿਲ ਜਾਂਦੀ ਹੈ। ਗੁਰਮੰਤਰਹੀਣ ਜੋ ਪ੍ਰਾਨੀ ਤਿਰਗੰਤ ਜਨਮ ਭ੍ਰਿਸ਼ਟਣੈ ਕੂਕਰੈ ਸੂਕਰੈ ਗਰਦਵੈ ਕਾਕੈ ਸਰਪਨੈ ਤੁਲਖਲੈ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਉਪਦੇਸ਼ ਕਰਦੇ ਨੇ। ਕੈੜੇ ਜੇ ਹੋ ਕੇ ਉਪਦੇਸ਼ ਸੁਣਿਓ ਮਹਾਰਾਜ ਜੀਆਂ ਦਾ। ਕਾਵਾਂ ਕੁੱਤਿਆਂ ਗਧਿਆਂ ਦੀ ਜੁੰਨੀ ਪੈਣਗੇ ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਕਾਵਾਂ ਕੁੱਤਿਆਂ ਗਧਿਆਂ ਦੀ ਜੁੰਨੀ ਪੈਣ ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ, ਮੇਰੇ ਪਿਆਰੇ ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਕੁੱਤਿਆਂ ਗਧਿਆਂ ਦੀ ਜੁਨੀ ਪੈਣਗੇ ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਗੁਰਮੰਤਰਹੀਣ ਜੋ ਪ੍ਰਾਨੀ, ਜਿਹੜਾ ਗੁਰੂ ਦੇ ਮੰਤਰ ਤੋਂ ਹੀਣ ਹੈ, ਜਿਹਨੇ ਆਪਣੇ ਗੁਰੂ ਤੋਂ ਮੰਤਰ ਨਹੀਂ ਅਜੇ ਤੱਕ ਲਿਆ। ਗੁਰਮੰਤਰਹੀਣ ਜੋ ਪ੍ਰਾਨੀ ਤਿਰਗੰਤ ਜਨਮ ਭ੍ਰਿਸ਼ਟਣਾ, ਉਹਦਾ ਜਨਮ ਤਿਰਕਾਰ ਜੋਗ ਹੈ, ਭ੍ਰਿਸ਼ਟਿਆ ਹੋਇਆ ਉਹਦਾ ਜਨਮ। ਤਿਰਗੰਤ ਜਨਮ ਭ੍ਰਿਸ਼ਟਣਾ। ਕੂਕਰ ਹੈ, ਕੂਕਰ ਕਹਿੰਦੇ ਨੇ ਕੁੱਤੇ ਨੂੰ। ਸੂਕਰ ਹੈ ਸੂਰ, ਕੂਕਰ ਹੈ ਸੂਕਰ ਹੈ। ਗਰਦਵੈ, ਗਰਦਵੈ ਕਹਿੰਦੇ ਨੇ ਗਧਾ।
ਕੱਕ ਹੈ, ਕੱਕ ਹੈ ਕਹਿੰਦੇ ਨੇ ਕਾਂ, ਸਰਪ ਨੇ ਸੱਪ, ਤੁਲ ਖਲ ਹੈ, ਤੁਲ ਕਹਿੰਦੇ ਨੇ ਬਰਾਬਰ ਨੂੰ, ਖਲ ਕਹਿੰਦੇ ਨੇ ਮੂਰਖ ਨੂੰ। ਉਹ ਮੂਰਖ ਨੂੰ ਐਨੀ ਬਾਣੀ ਸਮਝਾ ਰਹੀ ਹੈ, ਐਨੇ ਰੱਬ ਦੇ ਪਿਆਰੇ ਸਮਝਾ ਰਹੇ ਨੇ, ਇੱਕ ਕੰਨ ਤੇ ਜੂੰ ਨਹੀਂ ਸਿਰਕਦੀ ਉਹਦੇ। ਇਸ ਕਰਕੇ ਜਿਹੋ ਜੇ ਕਰਮ ਕਰਦਾ ਉਹੋ ਜਿਹਾ ਉਹਨੂੰ ਜਨਮ ਮਿਲਦਾ। ਕਿਰਿਆਮਾਨ ਕਰਮ ਇਕੱਠੇ ਹੁੰਦੇ ਨੇ ਤੇ ਫਿਰ ਜਦੋਂ ਸਾਨੂੰ ਉਹਦਾ ਫਲ ਮਿਲਦਾ, ਜਿੱਥੇ ਇਕੱਠੇ ਹੁੰਦੇ ਉਹਨਾਂ ਨੂੰ ਸੰਚਿਤ ਕਰਮ ਕਹਿੰਦੇ ਨੇ। ਬੈਂਕ ਦੇ ਵਿੱਚ ਪੈਸੇ ਜਮ੍ਹਾਂ ਹੋ ਗਏ, ਖਾਤੇ ਵਿੱਚ ਪੈ ਗਏ, ਉਹ ਸੰਚਿਤ ਹੋਣ ਲੱਗ ਪਏ ਤੇ ਫਿਰ ਜਦੋਂ ਅਸੀਂ ਵਾਪਸ ਕਢਵਾਵਾਂਗੇ, ਆਪਣਾ ਫਲ ਪ੍ਰਾਪਤ ਕਰਾਂਗੇ, ਉਹਨੂੰ ਕਹਿੰਦੇ ਨੇ ਪ੍ਰਾਰਬਧ ਕਰਮ। ਪਹਿਲੇ ਬਣੀ ਪਰਾ ਲਵਦ, ਪਾਛੇ ਬਣਾ ਸਰੀਰ, ਤੁਲਸੀ ਇਹ ਸੰਸਾਰ ਮੇ ਕੋਈ ਨਾ ਬੰਦਾ ਤੀਰ। ਇਸ ਕਰਕੇ ਜਿਹੜੇ ਆਮ ਆਪਾਂ ਜੀਵ ਆ ਸਾਰੇ, ਇਹ ਕਰਮਾਂ ਦੇ ਵਧੇ ਹੋਏ ਆਉਂਦੇ ਆ। ਜਿਹੜੇ ਰੱਬ ਦੇ ਪਿਆਰੇ ਨੇ ਉਹ ਰੱਬ ਦੇ ਭੇਜੇ ਹੋਏ ਹੁਕਮ ਦੇ ਵਿੱਚ ਆਉਂਦੇ ਨੇ, ਹੁਕਮ ਦੇ ਵਿੱਚ ਆਉਂਦੇ ਨੇ ਤੇ ਹੁਕਮ ਦੇ ਵਿੱਚ ਹੀ ਉਹ ਚੁਟਕੀਆਂ ਮਾਰਦੇ, ਬੜੇ ਹੱਸਦੇ ਖੇਲਦੇ ਸੰਸਾਰ ਤੋਂ ਚਲੇ ਜਾਂਦੇ ਨੇ। ਇਸ ਕਰਕੇ ਅੱਜ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਜੀਆਂ ਦਾ ਅਵਤਾਰ ਦਿਹਾੜਾ ਹੈ। ਸੰਸਾਰ ਦੇ ਵਿੱਚ ਸਾਡੇ ਭਲੇ ਵਾਸਤੇ ਉਹਨਾਂ ਨੂੰ ਭੇਜਿਆ ਅਕਾਲ ਪੁਰਖ ਨੇ ਤੇ ਫਿਰ ਅਕਾਲ ਪੁਰਖ ਦੇ ਹੁਕਮ ਵਿੱਚ ਆਏ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ ਨੇ, ਅਖੀਰ ਵਿੱਚ ਜਿੱਥੇ ਬਾਬਾ ਜੀ ਵਿਚਾਰ ਕਰਦੇ ਸੀ, ਮਹਾਂਪੁਰਸ਼ ਸੰਤ ਗਿਆਨੀ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਸ਼, ਇਸ ਤੋਂ ਅੱਗੇ ਥੋੜੀ ਜਿਹੀ ਹੋਰ ਸੁਰਤ ਅੱਗੇ ਲੈ ਕੇ ਜਾਇਓ ਵਿਚਾਰ। ਉਸ ਤੋਂ ਬਾਅਦ ਵਿੱਚ ਇਹ ਰੌਲਾ ਪੈ ਗਿਆ ਸੀ ਜਗਤ ਦੇ ਵਿੱਚ ਕਿ ਸਿੱਖ ਕਹਿੰਦੇ, ਜਿਹੜੇ ਹਿੰਦੂ ਸੀ ਉਹ ਕਹਿੰਦੇ ਸਾਡੇ ਗੁਰੂ ਨੇ, ਮੁਸਲਮਾਨ ਕਹਿੰਦੇ ਸਾਡੇ ਪੀਰ ਨੇ, ਇੱਕ ਕਹਿੰਦੇ ਦਫਨਾਵਾਂਗੇ ਤੇ ਦੂਜੇ ਕਹਿੰਦੇ ਸੰਸਕਾਰ ਕਰਾਂਗੇ। ਇਹ ਰੌਲਾ ਪੈ ਗਿਆ ਤੇ ਵਿੱਚ ਫਿਰ ਬੁੱਧੀਜੀਵੀ ਪੈ ਗਏ, ਸਿਆਣੇ ਨਵੇੜਾ ਕਰਨ ਵਾਲੇ। ਉਹਨੇ ਨਵੇੜਾ ਕੀਤਾ, ਕਹਿੰਦੇ ਇਉਂ ਕਰੋ, ਅੱਧਾ ਅੱਧਾ ਕਰ ਲਓ। ਦੇਖੋ ਗੁਰੂ ਨਾਨਕ ਸਾਹਿਬ ਸਾਰੀ ਉਮਰ ਇੱਕ ਕਰਦਾ ਰਿਹਾ, ਇੱਕ ਤੋਂ ਆਰੰਭ ਕੀਤਾ ਉਹਨਾਂ ਨੇ ਪ੍ਰਚਾਰ ਤੇ ਇੱਕ ਦੇ ਵਿੱਚ ਹੀ ਜਾ ਕੇ ਸਮਾਪਤ ਕਰਨਾ। ਇੱਕ ਦਾ ਹੀ ਪ੍ਰਚਾਰ ਕਰਦੇ ਰਹੇ ਤੇ ਉਹਨਾਂ ਦੇ ਦੋ ਹਿੱਸੇ ਬਣਾਉਣ ਲੱਗ ਪਏ। ਪਰ ਉਹਦੇ ਇੱਕ ਦੇ ਕੌਣ ਦੋ ਹਿੱਸੇ ਕਰ ਸਕਦਾ ਹੈ? ਜਿਹਨੂੰ ਇੱਕ ਕਹਿੰਦੇ ਨੇ ਉਹਦੇ ਦੋ ਹਿੱਸੇ ਨਹੀਂ ਹੁੰਦੇ ਸਾਧ ਸੰਗਤ ਜੀ। ਇੱਕ ਉਹਨੂੰ ਕਹਿੰਦੇ ਨੇ ਈੜੀ ਨੂੰ ਸਿਆਰੀ ਕੱਕਾ ਇੱਕ, ਇਹ ਨਹੀਂ ਹੁੰਦਾ। ਜਿੱਥੇ ਇੱਕ ਓੰਕਾਰ ਲਿਖਿਆ ਨਾ, ਓੰਕਾਰ ਦੇ ਅੱਗੇ ਇੱਕ ਲਕੀਰ ਖਿੱਚੀ ਹੋਈ ਹੈ, ਉਹ ਏਕ ਹੈ। ਜੇ ਦੋ ਕਰ ਦੋਗੇ ਦੋ ਬਣ ਜਾਊਗਾ ਉਹ। ਜਿੱਥੇ ਇੱਕ ਸ਼ਬਦ ਹੈ ਉੱਥੇ ਇੱਕ ਦੇ ਅਸੀਂ ਟੋਟੇ ਨਹੀਂ ਕਰ ਸਕਦੇ, ਕਿਉਂਕਿ ਵਿਦਵਾਨਾਂ ਨੇ ਉਹਦੇ ਅਰਥ ਬਣਾ ਲੈਣੇ ਸੀ। ਈੜੀ ਨੂੰ ਸਿਆਰੀ ਕੱਕਾ ਇੱਕ ਲਿਖ ਦਿੰਦੇ ਵੀ ਵਿਆਕਰਣ ਦੇ ਅਨੁਸਾਰ ਅਧਿਕ ਦਾ ਇਹ ਅਰਥ ਹੈ, ਸਿਆਰੀ ਦਾ ਇਹ ਅਰਥ ਹੈ, ਕੱਕੇ ਦਾ ਇਹ ਅਰਥ ਹੈ। ਪਰ ਗੁਰੂ ਨਾਨਕ ਸਾਹਿਬ ਨੇ ਏਕਾ ਹੀ ਲਾ ਦਿੱਤਾ ਸੀ ਅੱਗੇ ਵੀ ਇੱਕੋ ਹੀ ਹੈ। ਖੈਰ ਬਹੁਤੇ ਸਿਆਣਿਆਂ ਨੇ ਦੋ ਕਰਨ ਦੇ ਬੜੀ ਵਿਉਂਤਬੰਦੀ। ਜਦੋਂ ਜਾ ਕੇ ਦੇਖਿਆ ਉੱਥੇ ਸਰੀਰ ਨਹੀਂ ਸੀ, ਚਾਦਰ ਸੀ। ਕਹਿੰਦੇ ਜੀ ਚਾਦਰ ਦੇ ਦੋ ਕਰ ਲਓ। ਚਾਦਰਾਂ ਦੇ ਦੋ ਹਿੱਸੇ ਕੀਤੇ ਗਏ, ਇੱਕ ਇਹਨਾਂ ਨੇ ਦਫਨਾ ਲਿਆ ਤੇ ਇੱਕ ਇਹਨਾਂ ਨੇ ਸੰਸਕਾਰ ਕਰ ਲਿਆ। ਇੱਕ ਇਹਨਾਂ ਨੇ ਮੜੀ ਬਣਾਈ ਤੇ ਇੱਕ ਇਹਨਾਂ ਨੇ ਗੌਰ ਬਣਾਈ। ਪਰ ਨਾ ਬਾਬਾ ਮੜੀ ਮੇ ਨਾ ਗੌਰ ਮੇ, ਕਿੱਥੇ ਹੈ? ਅੰਗਦ ਕੇ ਹੀਏ ਮੇ। ਇਹ ਭਾਈ ਸੰਤੋਖ ਸਿੰਘ ਜੀ ਦੇ ਬਚਨ ਨੇ। ਉਹ ਹਿਰਦੇ ਵਿੱਚ ਵਾਸ ਕਰਦੇ ਨੇ, ਉਹ ਭਾਵਨਾ 'ਚ ਵਾਸ ਕਰਦੇ ਨੇ, ਉਹ ਪ੍ਰੇਮੀਆਂ ਦੇ ਹਿਰਦਿਆਂ 'ਚ ਵਾਸ ਕਰਦੇ ਨੇ ਜਿਹੜੇ ਉਹਨਾਂ ਨੂੰ ਪ੍ਰੇਮ ਕਰਦੇ ਹਨ। ਇਸ ਕਰਕੇ ਗੁਰੂ ਨਾਨਕ ਸਾਹਿਬ ਸਰੀਰ ਨਹੀਂ ਮਿਲਿਆ ਅਖੀਰ ਵਿੱਚ। ਤੇ ਜੇ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਜੀ ਦਾ ਪੁੱਛੀਏ ਸਰੀਰ ਕਿੱਥੇ ਸੀ, ਨਹੀਂ ਮਿਲਿਆ। ਕਿਉਂਕਿ ਜਿਸ ਤਰ੍ਹਾਂ ਦਾ ਪਿਓ ਤੇ ਉਸ ਤਰ੍ਹਾਂ ਦਾ ਹੀ ਪੁੱਤਰ। ਆਪਾਂ ਪਹਿਲੇ ਦੀਵਾਨ ਵਿੱਚ ਬੇਨਤੀ ਕੀਤੀ ਸੀ, ਨਿੰਮ ਤੋਂ ਡਿੱਗਿਆ ਬੀਜ ਨਿੰਮ ਹੁੰਦਾ, ਅੰਬ ਤੋਂ ਡਿੱਗਿਆ ਹੋਇਆ ਫਲ ਹੈ ਜਿਹੜਾ ਉਹ ਅੰਬ ਹੀ ਬਣ ਜਾਂਦਾ। ਇਸ ਕਰਕੇ ਉਹ ਰੱਬ ਸੀ ਗੁਰੂ ਨਾਨਕ ਸਾਹਿਬ ਤੇ ਉਹਨਾਂ ਤੋਂ ਜਿਨ੍ਹਾਂ ਨੇ ਅਵਤਾਰ ਲਿਆ ਉਹ ਵੀ ਰੱਬ ਸੀ। ਸਾਧ ਸੰਗਤ ਜੀ, ਸੰਕੇ ਨੂੰ ਕੋਈ ਗੁੰਜਾਇਸ਼ ਨਹੀਂ ਹੈ। ਸੋ ਆਓ ਹੁਣ ਅੱਗੇ ਜਿਹੜਾ ਸਮਾਂ ਇਜਾਜ਼ਤ ਨਹੀਂ ਦਿੰਦਾ ਹੈ, ਮਹਾਂਪੁਰਸ਼ ਪਹੁੰਚੇ ਹੋਏ ਨੇ, ਆਪ ਜੀਆਂ ਨੂੰ ਪ੍ਰਵਚਨ ਸੁਣਾਉਣਗੇ। ਸੋ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ, ਪ੍ਰਬੰਧਕਾਂ ਦਾ, ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ 5 ਦਿਨ ਵਾਸਤੇ ਨਿਮੰਤਰਣ ਕੀਤਾ ਕਿ ਆ ਕੇ ਤੁਸੀਂ 5 ਦਿਨ ਦੀਵਾਨ ਲਾਉਣੇ ਨੇ, ਹਾਜ਼ਰੀ ਭਰਨੀ ਹੈ। ਖੈਰ ਕੋਈ ਮਿੰਟਾਂ ਸਕਿੰਟਾਂ ਦੇ ਫਰਕ ਪੈ ਜਾਂਦੇ ਨੇ। ਪ੍ਰਚਾਰਕਾਂ ਨੂੰ ਇਸ ਗੱਲ ਦਾ ਗਿਲਾ ਨਹੀਂ ਕਰਨਾ ਚਾਹੀਦਾ, ਮੈਨੂੰ ਟਾਈਮ ਘੱਟ ਮਿਲਿਆ, ਮੈਨੂੰ ਵੱਧ ਮਿਲਿਆ। ਇਹ ਜੋੜ ਮੇਲ ਹੈ। ਜੋੜ ਮੇਲ ਵਿੱਚ ਬਹੁਤ ਸਾਰੇ
ਰੱਬ ਦੇ ਪਿਆਰੇ ਪ੍ਰਚਾਰਕ ਸ਼ਰਧਾ ਰੱਖਣ ਵਾਲੇ ਪਹੁੰਚ ਜਾਂਦੇ ਨੇ, ਉਹਨਾਂ ਨੂੰ ਫਿਰ ਟਾਈਮ ਤੋਂ ਟਾਈਮ ਸਾਰਿਆਂ ਨੂੰ ਦੇਣਾ ਪੈਂਦਾ। ਕਿਸੇ ਨੂੰ 10 ਮਿੰਟ, ਕਿਸੇ ਨੂੰ 5 ਮਿੰਟ, ਕਿਸੇ ਨੂੰ 4 ਮਿੰਟ, ਕਿਸੇ ਨੂੰ 2 ਮਿੰਟ ਵੀ ਦੇਣੇ ਪੈਂਦੇ ਨੇ। ਜੇ ਕੋਈ ਆਖੇ ਮੈਨੂੰ ਤਾਂ ਜੀ ਅੱਧਾ ਘੰਟਾ ਹੀ ਚਾਹੀਦਾ, ਮੈਨੂੰ ਘੰਟਾ ਹੀ ਚਾਹੀਦਾ, ਉਹਦੀ ਮੂਰਖਤਾ ਹੈ ਅਸਲ ਵਿੱਚ। ਉਹ ਤਾਂ ਕਹਿੰਦੇ ਜਿਹੜਾ ਵਿਦਵਾਨ ਹੁੰਦਾ ਉਹ ਤਾਂ ਕੂਜੇ 'ਚ ਸਮੁੰਦਰ ਪਾ ਲੈਂਦਾ। ਕੂਜੇ ਸਮੁੰਦਰ ਕਿਵੇਂ ਪਾਊਗਾ? ਕੂਜੇ ਸਮੁੰਦਰ ਇਹ ਵਿਦਵਾਨ ਲੋਕ ਜਾਣਦੇ ਨੇ, ਭਾਵ ਕਿ ਥੋੜ੍ਹੇ ਸਮੇਂ ਵਿੱਚ ਬਹੁਤਾ ਕਹਿ ਜਾਣਾ। ਸੋ ਆਓ ਹੁਣ ਅੱਗੇ, ਸਮਾਂ ਇਜਾਜ਼ਤ ਨਹੀਂ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀਆਂ ਦਾ ਵਿਸ਼ੇਸ਼ ਧੰਨਵਾਦ ਹੈ, ਸਾਰੀ ਸੰਗਤ ਦਾ ਧੰਨਵਾਦ ਹਾਜ਼ਰੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਸਾਡੇ ਸਤਿਕਾਰਯੋਗ ਬਾਬਾ ਜੀ ਲਾਹੌਰਾਂ ਵਾਲੇ ਬਾਬਾ ਬਲਕਾਰ ਸਿੰਘ ਜੀ ਦਾ ਜੀ ਆਇਆਂ ਨੂੰ, ਜਿਨ੍ਹਾਂ ਨੇ 5 ਦੀਵਾਨਾਂ ਦੀ ਹਾਜ਼ਰੀ ਭਰੀ ਹੈ। ਹੁਣ ਆਪ ਜੀ ਨੂੰ ਸਾਡੇ ਸਤਿਕਾਰਯੋਗ ਸੰਤ ਗਿਆਨੀ ਚਰਨਜੀਤ ਸਿੰਘ ਜੀ ਸਮਾਪਤੀ ਕਰਨਗੇ।